ਕਿਸੇ ਵਕਤ ਦੇ ਵਿੱਚ ਅਕਬਰ ਬਾਦਸ਼ਾਹ ਹੋਇਆ। ਇੱਕ ਦਿਨ ਬਾਦਸ਼ਾਹ ਨੂੰ ਵਹਿਲ ਆਇਆ ਤੇ ਆਪਣੇ ਨਾਲਦਿਆਂ ਨੂੰ ਆਖਣ ਲੱਗਾ ਕਿ ਸ਼ਿਕਾਰ ਤੇ ਨਾ ਚੱਲੀਏ। ਤੇ ਉਹਨਾਂ ਕੀ ਆਖਣਾ ਸੀ? ਨਹੀਂ। ਉਹਨਾਂ ਆਖਿਆ ਜੀ ਬਾਦਸ਼ਾਹ ਸਲਾਮਤ, ਜਿਵੇਂ ਜਨਾਬ ਦੇ ਮਜ਼ਾਜ ਨੇ ਜੀ। ਉਹਨਾਂ ਆਪਣਾ ਉਹ ਤਿਆਰੀ ਕੀਤੀ, ਲਸ਼ਕਰ ਨਾਲ ਲਿਆ ਤੇ ਸ਼ਿਕਾਰ ਤੇ ਨਿਕਲ ਗਿਆ। ਦੂਰ ਦਰਾਜ ਜਦੋਂ ਸ਼ਿਕਾਰ ਤੇ ਗਏ ਨੇ ਨਾ ਤੇ ਸ਼ਾਮ ਪੈ ਗਈ ਤੇ ਅਕਬਰ ਬਾਦਸ਼ਾਹ ਆਪਣੇ ਨਾਲਦਿਆਂ ਨੂੰ ਆਖਣ ਲੱਗਾ ਵੀ ਪਿਛਾਂ ਜਾਂਦਿਆਂ ਸਾਨੂੰ ਟਾਈਮ ਵਾਹਵਾ ਹੋ ਜਾਣਾ ਤੇ ਭਲਾ ਇੱਥੇ ਨੇੜੇ ਤੇੜੇ ਪਤਾ ਕਰੋ ਹਾਂ, ਜੇ ਸਾਨੂੰ ਰਾਤ ਰਹਿਣ ਵਾਸਤੇ ਕੋਈ ਠਾਰ ਮਿਲ ਜੇ। ਚਲੋ ਨਾਲ ਵਾਲਿਆਂ ਨੇ ਆਖਿਆ ਜੀ ਪਤਾ ਕਰ ਲੈਨੇ ਆ। ਉਦੋਂ ਕਿਹੜਾ ਕੋਈ ਮੇਰਾ ਮਤਲਬ ਹੈ ਲਾਈਟਾਂ ਸਨ ਜਾਂ ਦੂਰੋਂ ਪਤਾ ਲੱਗ ਜਾਂਦਾ ਸੀ ਵੀ ਇਹ ਚਾਨਣ ਏ, ਇੱਥੇ ਆਬਾਦੀ ਏ, ਕੋਈ ਰਹਿائش ਏ, ਕੋਈ ਵਸੋਂ ਏ, ਕੋਈ ਵੀ ਨਾ ਪਤਾ। ਤੇ ਉਹ ਘੋੜਿਆਂ ਤੇ ਨਾ ਨਿਕਲ ਪਏ ਕਿ ਚਲੋ ਇੱਥੋਂ ਨੇੜੇ ਤੇੜਿਓਂ ਅਸੀਂ ਪਤਾ ਕਰਨੇ ਆ, ਜੇ ਕੋਈ ਠਾਰ ਹੋਈ ਤੇ ਰਾਤ ਇੱਥੇ ਕੱਢ ਲਾਂਦੇ। ਜਿਹੜੇ ਵੇਲੇ ਉਹ ਪਤਾ ਕਰਨ ਵਾਸਤੇ ਨਿਕਲੇ ਨੇ ਨਾ ਤੇ ਥੋੜਾ ਹੀ ਦੂਰ ਗਏ ਨੇ, ਇੰਜ ਕਹਿ ਲਓ ਕਿ 4-5 ਕਿਲੋਮੀਟਰ ਨਾ ਐ ਘੋੜੇ ਭਜਾਏ ਉਹਨਾਂ ਨੇ ਤੇ ਇੱਕ ਬੜਾ ਵਸਦਾ ਡੇਰਾ ਉੱਥੇ ਅਪੜ ਗਏ। ਜਦੋਂ ਗਏ ਤੇ ਪੁੱਛਿਆ ਬਈ ਇਹ ਡੇਰਾ ਕਿਹਦਾ? ਤੇ ਉਹਨਾਂ ਆਖਿਆ ਵੀ ਡੇਰਾ ਮੌਲਾ ਬਖਸ਼ ਬੰਦੇ ਦਾ ਨਾਂ ਹੈ ਤੇ ਮੌਲੂ ਆਂਦੇ ਨੇ, ਇਹ ਉਹਦਾ ਡੇਰਾ। ਉਹ ਆਖਣ ਲੱਗੇ ਵੀ ਜੇ ਤੁਸੀਂ ਇਜਾਜ਼ਤ ਦਿਓ ਤੇ ਰਾਤ ਵਾਲਾ ਅਸੀਂ ਇੱਥੇ ਗੁਜ਼ਾਰ ਸਕਨੇ ਆ। ਸਾਡੇ ਨਾਲ ਕੋਈ ਜਾਨਵਰ ਵੀ ਨੇ ਤੇ ਨਾਲ ਮੇਰਾ ਮਤਲਬ ਇੱਕ ਕਾਫਲਾ ਹੈ, ਕੋਈ ਬਾਦਸ਼ਾਹ ਸਲਾਮਤ। ਉਹਨਾਂ ਆਖਿਆ ਠੀਕ ਹੈ, ਕੋਈ ਮਸਲਾ ਨਹੀਂ, ਆ ਸਕਦੇ ਹੋ ਤੁਸੀਂ, ਰਾਤ ਗੁਜ਼ਾਰ ਸਕਦੇ ਹੋ, ਆ ਡੇਰਾ ਹੈ ਨਾ। ਚਲੋ ਉਹਨਾਂ ਇਜਾਜ਼ਤ ਲੈ ਲਈ ਤੇ ਪਿਛਾਂ ਗਏ, ਜਾ ਕੇ ਬਾਦਸ਼ਾਹ ਨੂੰ ਆਖਿਆ ਵੀ ਬਾਦਸ਼ਾਹ ਸਲਾਮਤ, ਡੇਰਾ ਇੱਕ ਮਿਲ ਪਿਆ ਤੇ ਮੌਲਾ ਬਖਸ਼ ਬੰਦੇ ਦਾ ਨਾਂ ਹੈ ਤੇ ਉਹਨੂੰ ਮੌਲੂ ਆਂਦੇ ਨੇ। ਬਾਦਸ਼ਾਹ ਆਖਿਆ ਚਲੋ ਚੱਲੀਏ ਜੀ, ਇਜਾਜ਼ਤ ਮਿਲ ਗਈ ਹੈ ਤੇ ਚਲੋ। ਉਹ ਬਾਦਸ਼ਾਹ ਤੇ ਨਾਲ ਉਹ ਮੁਲਾਜ਼ਮ ਉਹ ਸਾਰੇ ਉੱਥੇ ਟੁਰ ਗਏ। ਜਿਹੜੇ ਵੇਲੇ ਗਏ ਨੇ ਤੇ ਸਲਾਮ ਅਲੈਕਮ ਹੋਈ, ਉਹ ਜਾਨਵਰਾਂ ਨੂੰ ਪੱਠੇ ਵੀ ਮਿਲ ਗਏ, ਪਾਣੀ ਤਾਣੀ ਵੀ ਮਿਲ ਗਿਆ। ਉਹਨੇ ਮੌਲੂ ਨੇ ਆਖਿਆ ਬਈ ਕੋਈ ਅੰਨ ਪਾਣੀ ਵੀ, ਰੋਟੀ ਟੁੱਕਰ? ਤੇ ਉਹਨਾਂ ਆਖਿਆ ਬਿਲਕੁਲ ਗੁੰਜਾਇਸ਼ ਵੀ ਹੈ ਵੇ, ਖਾਣੀ ਵੀ, ਸਾਡੇ ਕੋਲ ਕੋਈ ਸ਼ਿਕਾਰ ਅਸਾਂ ਕੀਤਾ, ਮਾਲ ਮਤਾ ਸਾਡੇ ਕੋਲ ਵੀ ਹੈ। ਚਲੋ ਅੰਨ ਪਾਣੀ ਖਾਦਾ ਪੀਤਾ, ਜੋ ਉਹਨਾਂ ਦੇ ਕੋਲ ਸ਼ਿਕਾਰ ਕੀਤਾ ਅਸੀਂ ਪਕਾਇਆ ਪਕੋਇਆ। ਗੱਲ ਕੀ ਬਈ, ਰਾਤ ਬਾਦਸ਼ਾਹ ਸਲਾਮਤ ਨੇ ਮੌਲੂ ਕੋਲ ਗੁਜ਼ਾਰੀ। ਬਾਦਸ਼ਾਹ ਨੂੰ ਨਾ ਬੜੀ ਚੰਗੀ ਇਹ ਗੱਲ ਲੱਗੀ, ਮੌਲੂ ਦੀ ਵਰਤੋਂ ਬਾਦਸ਼ਾਹ ਨੂੰ ਬੜੀ ਪਸੰਦ ਆਈ। ਤੇ ਬਾਦਸ਼ਾਹ ਸਲਾਮਤ ਜਦੋਂ ਵੱਡੇ ਵੇਲੇ ਦਿਨ ਚੜਿਆ ਨਾ, ਆ ਨਾਸ਼ਤਾ ਨੂਸ਼ਤਾ ਕੀਤਾ ਤੇ ਜਾਣ ਲੱਗਾ ਤੇ ਮੌਲੂ ਨੂੰ ਆਖਣ ਲੱਗਾ ਗੱਲ ਸੁਣ, ਮੈਂ ਆਪਣੇ ਵਕਤ ਦਾ ਨਾ ਬਾਦਸ਼ਾਹ ਵਾਂ ਤੇ ਅਕਬਰ ਬਾਦਸ਼ਾਹ ਮੈਨੂੰ ਆਂਦੇ ਨੇ। ਜੇ ਤੇਰਾ ਦਿਲ ਕਰੇ ਕਿਤੇ ਤੇਰਾ ਚੱਕਰ ਲੱਗੇ ਜਾਂ ਕਿਤੇ ਕੋਈ ਖੁਦਾ ਨਾ ਕਰੇ ਕੋਈ ਵਾਧਾ ਘਾਟਾ ਹੋ ਜਾਏ, ਮੇਰੇ ਲੈ ਕੋਈ ਖਿਦਮਤ ਹੋਈ ਤੇ ਮੈਨੂੰ ਦੱਸੀ ਭਾਈ, ਮੈਨੂੰ ਮਿਲੀ। ਤੇ ਉਹਨੇ ਆਖਿਆ ਬਾਦਸ਼ਾਹ ਜਾ ਗੱਲ ਕੀ ਕਰਨਾ, ਆ ਵੇਂਦਾ ਨਹੀਂ ਪਿਆ ਮਾਰ ਘੋੜਿਆਂ ਦਾ ਅਸਤਬਲ ਇੱਥੇ ਵੀ ਹੈ ਵੇ, ਭੇਡਾਂ ਬੱਕਰੀਆਂ ਦੇ ਰੇਵੜ, ਮੱਝਾਂ ਗਾਵਾਂ ਦੇ ਵਾੜੇ, ਹਰ ਸ਼ੈ ਇੱਥੇ ਵੀ ਸਹੀ। ਆ ਵਕਤ ਦੇ ਬਾਦਸ਼ਾਹ ਸਾਨੂੰ ਤੇਰੇ ਨਾਲ ਕੰਮ ਪਿਆ ਵੀ ਤੇ ਹਾਂ ਕੀ ਲੈਣ ਆਉਣਾ? ਬਾਦਸ਼ਾਹ ਕਿਹਾ ਜੇ ਹੋਇਆ ਕਦੀ ਤੇ ਦੱਸੀ, ਤੇਰੇ ਕੋਲ ਰਹੇ ਆ ਰਾਤ, ਤੇਰੀ ਸੇਵਾ ਚੰਗੀ ਲੱਗੀ ਏ, ਆ ਤੇਰਾ ਨਮਕ ਖਾਦਾ ਬੰਦਾ ਚੰਗਾ ਲੱਗਾ, ਚਲੋ ਫਿਰ ਇਸੇ ਤਰ੍ਹਾਂ ਹੀ ਹੈ ਨਾ। ਉਸ ਆਖਿਆ ਠੀਕ ਹੈ ਜੀ, ਚਲੋ ਸਲਾਮ ਵਾਲੇਕਮ। ਵਾਲੇਕਮ ਸਲਾਮ। ਬਾਦਸ਼ਾਹ ਰਹੀ ਆਪਣੇ ਰਾਹ, ਮੌਲੂ ਆਪਣੀ ਸਲਤਨਤ ਦੇ ਵਿੱਚ। ਕੁਝ ਵਕਤ ਗੁਜ਼ਰਿਆ ਨਾ, ਬਹੁਤਾ ਨਹੀਂ, ਕੁਝ ਵਕਤ ਗੁਜ਼ਰਿਆ, 2-4-5 ਸਾਲ ਲੰਘੇ ਤੇ ਮੌਲਾ ਬਖਸ਼ ਦਾ ਨਾ ਪਹਿਰਾ ਬਦਲ ਗਿਆ। ਉਹ ਜਿਹੜੇ ਹਾਲਾਤ ਸਨ ਨਾ ਉਹ ਨਾ ਰਹੇ। ਜਦੋਂ ਪਹਿਰਾ ਬਦਲ ਗਿਆ ਤੇ ਇੰਜ ਕਹਿ ਲਓ ਬਈ ਮੌਲੂ ਪਾਣੀ ਦੇ ਪਿਆਲੇ ਤੇ ਆ ਗਿਆ। ਉਹ ਜਿਹੜੇ ਲੋਕ ਮੌਲਾ ਬਖਸ਼ ਦੇ ਸਾਈਂ ਸਾਹ ਲੈਂਦੇ ਸਨ, ਉਹ ਮੇਰਾ ਮਤਲਬ ਇੱਕ ਨਾਰਾ ਕਰ ਗਏ। ਕੋਈ ਵੀ ਉਹਨੂੰ ਹਾਲ ਚਾਲ ਪੁੱਛੇ ਨਾ ਵੀ ਕਿਵੇਂ ਵਸਣਾ ਪਿਆ, ਉਹ ਸੁਖੀ ਵਸਦਿਆਂ ਤੇ ਸਾਰੇ ਹੀ ਹੁੰਦੇ ਨੇ ਨਾ। ਤੇ ਉਹ ਅੰਗ ਸਾਗ ਯਾਰ ਬੇਲੀ ਸਾਰੇ ਛੱਡ ਛਡਾ ਗਏ
ਮੌਲੂ ਹਾਲੋਂ ਬੇਹਾਲ ਹੋ ਗਿਆ। ਇੱਕ ਦਿਨ ਨਾ ਮੌਲੂ ਤੇ ਮੌਲੂ ਦਾ ਟੱਬਰ ਦੋਵੇਂ ਬੈਠੇ ਨੇ ਤੇ ਬੀਬੀ ਆਖਣ ਲੱਗੀ ਵੀ ਕੋਈ ਨਿਗਾਹ ਮਾਰ ਹਾਂ ਜਿਹੜੇ ਭਲਿਆਂ ਸਮਿਆਂ ਦੇ ਵਿੱਚ ਤੇਰੇ ਨਾਲ ਸਨ, ਕੋਈ ਉਹਨਾਂ ਦੇ ਵਿੱਚੋਂ। ਤੇ ਉਸ ਆਖਿਆ ਨਹੀਂ, ਕੋਈ ਨਹੀਂ, ਨਜ਼ਰ ਹੀ ਨਹੀਂ ਆਉਂਦਾ। ਤੇ ਆਖਣ ਲੱਗੀ ਮੈਨੂੰ ਨਾ ਕੋਈ ਖਿਆਲ ਆਇਆ, ਇੱਕ ਜਣਾ ਮੇਰੇ ਜ਼ਿਹਨ ਚ ਆਇਆ। ਤੇ ਉਸ ਆਖਿਆ ਕੌਣ ਹੀ? ਤੇ ਉਸ ਆਖਿਆ ਤੈਨੂੰ ਯਾਦ ਹੋਵੇਗਾ ਕਿਸੇ ਵਕਤ ਦੇ ਵਿੱਚ ਇੱਕ ਰਾਤ ਤੇਰੇ ਕੋਲ ਅਕਬਰ ਬਾਦਸ਼ਾਹ ਰੁਕਿਆ ਸੀ। ਤੇ ਉਸ ਆਖਿਆ ਬਈ ਬਿਲਕੁਲ ਰੁਕਿਆ ਸੀ। ਤੇ ਆਖਣ ਲੱਗੀ ਮੈਂ ਆਨੀ ਆ ਕਦੇ ਉਹਦੇ ਕੋਲ ਜਾਏ ਨਾ, ਤੈਨੂੰ ਉਹਨੇ ਆਫਰ ਵੀ ਦਿੱਤੀ ਸੀ, ਆ ਸੁਲਾ ਮਾਰੀ ਸੀ ਬਈ ਜੇ ਮੇਰੇ ਲਈ ਕੋਈ ਖਿਦਮਤ ਹੋਈ ਤੇ ਮੈਨੂੰ ਦੱਸੀ। ਤੇ ਆਖਣ ਲੱਗੀ ਗੱਲਾਂ ਵੀ ਬਾਦਸ਼ਾਹ ਵਾਲੀਆਂ ਵੀ ਕਰਨੀ। ਗੱਲ ਇਹ ਵੇ ਭਈ ਭਾਵੇਂ ਮੈਂ ਥਿੜ ਗਿਆ ਨਾ, ਉਹ ਕਿਸੇ ਅੱਗੇ ਤਲੀ ਨਹੀਂ ਕਰਨ ਹੁੰਦੀ। ਯਾਦ ਰੱਖਿਓ, ਹੋਵੇ ਇੱਜ਼ਤਦਾਰ ਬੰਦਾ, ਹੋਵੇ ਖਾਨਦਾਨੀ ਬੰਦਾ, ਹੋਵੇ ਚੰਗੀ ਤਰਬੀਅਤ ਦਾ ਬੰਦਾ ਤੇ ਖਾਂਦਾ ਪੀਂਦਾ ਬੰਦਾ, ਜੇ ਵਕਤ ਮਾੜਾ ਆ ਵੀ ਜਾਏ ਨਾ ਤੇ ਕਿਸੇ ਅੱਗੇ ਤਲੀ ਕਰਨਾ ਉਹਦੇ ਵਾਸਤੇ ਮੇਣਾ ਹੁੰਦਾ। ਉਹਨੇ ਆਖਿਆ ਮੇਰੀ ਇਹ ਜ਼ਮੀਰ ਇਜਾਜ਼ਤ ਨਹੀਂ ਦਿੰਦਾ, ਮੇਰੀ ਇਹ ਸੋਚ ਗਵਾਰਾ ਨਹੀਂ ਕਰਦੀ ਕਿ ਮੈਂ ਜਾ ਕੇ ਤੇ ਬਾਦਸ਼ਾਹ ਅੱਗੇ ਆਪਣੀ ਰਿਕੁਐਸਟ ਕਰਾਂ ਕਿ ਬਈ ਹਲਾ ਹੋਈ ਮੇਰੀ ਮਦਦ ਕਰ। ਉਸ ਆਖਿਆ ਗੱਲ ਸੁਣ, ਮੇਰੀ ਮੰਨ ਤੇ ਜਾ। ਬੀਬੀ ਜਿਹੜੇ ਵੇਲੇ ਇਸਰਾਰ ਕੀਤਾ ਨਾ, ਜ਼ਿੱਦ ਕੀਤੀ, ਤੇ ਮੌਲਾ ਬਖਸ਼ ਬੀਬੀ ਦੇ ਆਖਣ ਦੇ ਨਾ ਅਕਬਰ ਬਾਦਸ਼ਾਹ ਦੀ ਸਲਤਨਤ ਸੀ ਨਾ ਜਿੱਥੇ, ਉਧਰ ਟੁਰ ਪਿਆ। ਜਿਹੜੇ ਵੇਲੇ ਉਹ ਮੌਲਾ ਬਖਸ਼ ਗਿਆ ਨਾ ਉਸ ਨਗਰੀ ਦੇ ਵਿੱਚ, ਤੇ ਉਹਨੇ ਜਾ ਕੇ ਤੇ ਪੁੱਛਿਆ ਜੀਆਂ ਨੂੰ। ਉਹਨੇ ਆਖਿਆ ਮੈਂ ਅਕਬਰੇ ਨੂੰ ਮਿਲਣਾ ਭਾਈ। ਉਹ ਕਿਸੇ ਨੇ ਅਕਬਰੇ ਨਾਹੀ ਦਾ ਦੱਸ ਚੜਿਆ। ਉਹਨੇ ਜਾ ਕੇ ਵੇਖਿਆ, ਮਿਲਿਆ ਵੀ ਅੱਛਾ ਵੀ ਇਹ ਅਕਬਰ ਦਾ ਘਰ ਹੈ। ਜਦੋਂ ਉਹ ਬੰਦਾ ਨਿਕਲਿਆ ਨਾ ਅਕਬਰ ਨਾਈ ਬਾਹਰ, ਤੇ ਉਸ ਆਖਿਆ ਨਹੀਂ ਹੈ, ਇਹ ਨਹੀਂ, ਮੈਨੂੰ ਮੁਹਾਂਦਰਾ ਯਾਦ ਹੈ, ਇਹ ਉਹ ਅਕਬਰਾ ਨਹੀਂ। ਆਖਣ ਲੱਗਾ ਯਾਰ ਮੈਂ ਅਕਬਰੇ ਨੂੰ ਮਿਲਣਾ ਤੇ ਹੈ ਇਸੇ ਥਾਂ ਦਾ ਹੀ, ਉਹਨੇ ਦੱਸਿਆ ਸੀ ਮੈਂ ਫਲਾਣੇ ਥਾਂ ਦਾ। ਚਲੋ ਉਹਨਾਂ ਆਖਿਆ ਅੱਛਾ 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 ਯਾਦ ਆ ਗਿਆ, ਅਕਬਰੇ ਤੇਲੀਅਲ ਨੂੰ ਆਂਦਾ ਹੋਣਾ। ਉਹ ਗਈ ਅਕਬਰੇ ਤੇਲੀਅਲ ਨੂੰ ਦੱਸਿਆ ਤੇ ਟੁਰ ਗਿਆ ਉਧਰ। ਬੂਹਾ ਖੜਕਾਇਆ ਤੇ ਉਹ ਅਕਬਰ ਨਿਕਲਿਆ ਤੇ ਵੇਖ ਕੇ ਨਾ ਤੇ ਆਖਣ ਲੱਗਾ ਨਹੀਂ, ਇਹ ਨਹੀਂ, ਉਹ ਹੋਰ ਏ। ਚਲੋ ਫਿਰਦਾ ਰਿਹਾ, ਇਹਨੂੰ ਪੁੱਛ, ਉਹਨੂੰ ਪੁੱਛ, ਦੂਜੇ ਤੀਜੇ ਚੌਥੇ ਨੂੰ ਪੁੱਛ, ਫਿਰ ਕੇ ਜਦੋਂ ਥੱਕ ਗਿਆ ਨਾ ਤੇ ਆਖਣ ਲੱਗਾ ਨਹੀਂ ਯਾਰ, ਇਹ ਅਕਬਰਾ ਜਿਹੜਾ ਤੁਸੀਂ ਮੈਨੂੰ ਮਿਲਾਉਂਦੇ ਹੋ ਨਾ ਪੇ, ਇਹ ਨਹੀਂ, ਉਹ ਹੋਰ ਸੀ। ਉਹਨਾਂ ਪੁੱਛਿਆ, ਉਹਨਾਂ ਆਖਿਆ ਉਹ ਕਿੰਜ ਦਾ ਸੀ, ਉਹਦਾ ਕੋਈ ਰੁਕ ਢੋਲ, ਕੋਈ ਉਹਦਾ ਕੋਈ ਤਰੀਕਾ ਘਰ ਦੱਸ ਨਾ। ਉਹਨਾਂ ਆਖਿਆ ਉਹਦੇ ਨਾਲ ਕੋਈ ਲਸ਼ਕਰ ਹੁੰਦਾ, ਉਹਦੇ ਨਾਲ ਕੋਈ ਘੋੜੇ ਹੁੰਦੇ ਨੇ, ਨੌਕਰ ਚਾਕਰ ਹੁੰਦੇ ਨੇ, ਹੈ ਅਕਬਰ। ਉਹਨਾਂ ਆਖਿਆ ਉਹ ਸਾਦਿਆ ਜਿਹਦਾ ਤੂੰ ਨਾਂ ਲੈਣਾ ਨਾ ਪਿਆ ਤੇ ਰੁਕ ਡੋਲ ਦੱਸਣਾ ਪਿਆ, ਉਹ ਫਿਰ ਇਹ ਆਮ ਕੋਈ ਨਹੀਂ, ਉਹ ਅਕਬਰ ਬਾਦਸ਼ਾਹ ਹੋਣਾ। ਉਹਨਾਂ ਆਖਿਆ ਆਹੋ 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 ਠੀਕ ਹੈ ਤੁਸੀਂ ਜੋ ਬਾਦਸ਼ਾਹ ਆਂਗੂ ਹੀ ਉਹਦਾ ਰੁਕ ਡੋਲ। ਉਹਨੇ ਆਖਿਆ ਆਂਗੂ ਨਹੀਂ, ਹੈ ਹੀ ਉਹ ਅਕਬਰ ਬਾਦਸ਼ਾਹ। ਉਸ ਆਖਿਆ ਯਾਰ ਚਲੋ ਜੋ ਵੀ ਹੈ ਨਾ, ਉਹ ਕਿੱਧਰ ਹੈ? ਉਹਨਾਂ ਆਖਿਆ ਫਲਾਣੇ ਪਾਸੇ ਬਾਈ। ਚਲੋ ਜੀਆਂ ਐਡਰੈਸ ਦੱਸਿਆ। ਇਹ ਮੌਲਾ ਬਖਸ਼ ਨਾ ਅਕਬਰ ਬਾਦਸ਼ਾਹ ਦੇ ਦਰਬਾਰ ਤੇ ਅਪੜ ਗਿਆ। ਜਿਹੜੇ ਵੇਲੇ ਉੱਥੇ ਅਪੜਿਆ ਨਾ ਤੇ ਉਹ ਫਿਰ ਬਾਦਸ਼ਾਹਾਂ ਦੀ ਬਹਿਣੀ ਦਾ ਤੁਹਾਨੂੰ ਪਤਾ ਕਚਹਿਰੀ ਲੱਗੀ ਸੀ। ਅਕਬਰ ਬਾਦਸ਼ਾਹ ਮੇਰਾ ਮਤਲਬ ਤਖਤ ਤੇ ਬੈਠਾ, ਨੌਕਰ ਚਾਕਰ ਇਧਰ ਉਧਰ ਖਲੋਤੇ ਨੇ। ਤੇ ਇਹ ਫਿਲਮਾਂ ਦੇ ਵਿੱਚ ਵੀ ਤੁਸੀਂ ਵੇਖਿਆ ਹੀ ਹੈ, ਜਿਵੇਂ ਬਾਦਸ਼ਾਹ ਬਹਿੰਦੇ ਨੇ ਤੇ ਜਿਵੇਂ ਪੁਰਾਣਾ ਉਹ ਮੇਰਾ ਮਤਲਬ ਕਲਚਰ ਵਹਾਉਂਦੇ ਨੇ, ਨੌਕਰ ਚਾਕਰ ਦਿਵਾਲੇ ਮੇਰਾ ਮਤਲਬ ਉਹ ਤੀਰਾਂ ਤਲਵਾਰ ਲੈ ਕੇ ਤੇ ਖਲੋਤੇ। ਜਿਹੜੇ ਵੇਲੇ ਮੌਲਾ ਬਖਸ਼ ਦਰਬਾਰ ਅਪੜਿਆ ਨਾ ਤੇ ਇਹਨੇ ਆਖਿਆ ਇਹ ਅਕਬਰੇ ਦਾ ਦਰਬਾਰ ਹੀ ਹੈ ਭਾਈ, ਵੇਲੀ ਡੇਰਾ ਅਕਬਰੇ ਦਾ। ਉਹਨੇ ਆਖਿਆ ਬਿਲਕੁਲ ਹੈ ਅਕਬਰ ਨਾ ਹੈ, ਤੂੰ ਜਿਹੜੇ ਰੁਕ ਤੂੰ ਪਿਆ ਨਾਂ ਲੈਣਾ ਵਡਿਆ ਕੇ ਨਾ ਸਦ ਅਕਬਰ ਬਾਦਸ਼ਾਹ। ਉਹਨੇ ਆਖਿਆ ਮੈਨੂੰ ਉਹਦੇ ਨਾਲ ਮਿਲਾਓ, ਨੇੜੇ ਕਰੋ ਮੈਨੂੰ। ਇਹ ਠੀਕ ਹੈ ਜੀ। ਉਹ ਜਿਹੜੇ ਵੇਲੇ ਅਗਾਂਹ ਗਏ ਨਾ ਤੇ ਉਹ ਅਕਬਰ ਬਾਦਸ਼ਾਹ ਨੂੰ ਉਹਦਾ ਮੁਹਾਂਦਰਾ ਯਾਦ ਸੀ, ਉਹਨੂੰ ਉਹਦਾ ਚਿਹਰਾ ਯਾਦ ਸੀ। ਜਿਹੜੇ ਵੇਲੇ ਉਹ ਆਇਆ ਨਾ ਤੇ ਉਹ ਅਕਬਰ ਬਾਦਸ਼ਾਹ ਨਾ ਬਿਲਕੁਲ ਫਟਾਫਟ ਹੀ ਨਾ ਉਹ ਆਪਣੇ ਅਗਲਿਆਂ ਮੁਲਾਜ਼ਮਾਂ ਨੂੰ ਆਖਿਆ ਵੀ ਕੋਈ ਬੰਦਾ ਮਜ਼ਾਹਮਤ ਨਾ ਕਰੇ, ਜਿਵੇਂ ਬੁਲਾਉਂਦੇ ਇਹਨੂੰ ਅਗਾਂਹ ਆਉਣ ਦਿਓ।
ਉਹਨਾਂ ਨੇ ਮਤਲਬ ਗੁੱਸਾ ਕੀਤਾ ਨਾ ਵੀ ਬੁਲਾਉਂਦਾ ਕਿੰਜ ਸਾਡੇ ਬਾਦਸ਼ਾਹ ਨੂੰ, ਪੁੱਠਾ ਨਾ ਸਾਧਦਾ। ਉਹਨਾਂ ਆਖਿਆ ਇਹਨੂੰ ਮੇਰੇ ਨੇੜੇ ਆਉਣ ਦਿਓ। ਜਿਹੜੇ ਵੇਲੇ ਉਹ ਬਿਲਕੁਲ ਤਖਤ ਦੇ ਨੇੜੇ ਅਪੜ ਗਿਆ ਨਾ ਤੇ ਉਹਨੇ ਆਪਣੇ ਆਂਗੂ ਦੀ ਚੇਅਰ ਮੰਗਾਈ। ਉਹਨੇ ਆਖਿਆ ਇਹਨੂੰ ਮੇਰੇ ਨਾਲ ਬਾਓ। ਉਹ ਜੂੰ ਹੀ ਉਹਦੇ ਕੋਲ ਬਾਦਸ਼ਾਹ ਦੇ ਆਪਣੇ ਸਟੇਜ ਦੇ ਉੱਤੇ ਤਖਤ ਦੇ ਉੱਤੇ ਤੇ ਆਖਣ ਲੱਗਾ, ਵਾਹ ਅਕਬਰਿਆ, ਤੂੰ ਧਿਆਨ ਹੈ ਮੇਰਾ ਬੜਾ ਨਾਂ ਥੇ ਤੇ ਨੌਕਰ ਚਾਕਰ ਤੇ ਇਹ ਉਹ ਫਲਾਨ ਫਲਾਨ। ਉਹ ਤੈਨੂੰ ਤੇ ਤੇਰੇ ਪਿੰਡ ਦੇ ਵਿੱਚ ਕੋਈ ਨਹੀਂ ਜਾਣਦਾ, ਤੇਰੇ ਇਲਾਕੇ 'ਚ ਤੈਨੂੰ ਕੋਈ ਨਹੀਂ ਜਾਣਦਾ। ਮੈਂ ਔਰ ਕਿੰਨਿਆਂ ਬੰਦਿਆਂ ਨੂੰ ਪੁੱਛ ਛੜਿਆ ਅਕਬਰਾ ਅਕਬਰਾ ਅਕਬਰਾ। ਉਹਨੇ ਆਖਿਆ ਵਾਕਈ ਠੀਕ ਆਨਾ ਪਿਆ, ਮੈਨੂੰ ਕੋਈ ਨਹੀਂ ਜਾਣਦਾ ਤੇ ਗੱਲ ਦੱਸ। ਉਹਨੇ ਆਖਿਆ ਕੀ ਗੱਲ ਦੱਸਣੀ ਹੈ ਤੇ ਕੀ ਬਾਤ ਦੱਸਣੀ। ਹੁਣ ਉਹ ਅਕਬਰ ਬਾਦਸ਼ਾਹ ਨੇ ਉਹਦੀ ਹਾਲਤ ਵੇਖੀ ਨਾ, ਬਈ ਜੁੱਤੀ ਟੁੱਟੀ ਪਾਈ ਹੈ, ਪਾਟੇ ਕੱਪੜੇ ਪਾਏ ਨੇ, ਹਾਲੂ ਬਿਹਾਰ। ਉਹਨੇ ਫਟਾਫਟ ਆਪਣੀ ਉਹ ਜਿਹੜੀ ਕਚਹਿਰੀ ਲੱਗੀ ਸੀ ਨਾ ਬਰਖਾਸਤ ਕੀਤੀ। ਉਹਨੇ ਆਖਿਆ ਕੱਲ ਲੱਗੇ ਦੀ ਭਾਈ ਕਚਹਿਰੀ, ਮਹਿਫਲ ਬਰਖਾਸਤ ਹੋਈ। ਉਹ ਆਪਣੇ ਮੁਲਾਜ਼ਮਾਂ ਨੂੰ ਆਖਿਆ ਇਹਨੂੰ ਕੋ ਤੌਲੀਆ ਸਾਬਣ ਦਿਓ, ਇਹਨੂੰ ਕੱਪੜੇ ਦਿਓ, ਨਵਾਓ ਧਵਾਓ ਤੇ ਇਹਦੇ ਵਾਸਤੇ ਫੌਰੀ ਤੌਰ ਤੇ ਖਾਣੇ ਦਾ ਇੰਤਜ਼ਾਮਾਤ ਕੀਤੇ ਜਾਣ। ਚਲੋ ਨਵਾਇਆ ਧਵਾਇਆ, ਖਾਣਾ ਛਾਣਾ ਉਹਨੂੰ ਖਵਾਇਆ। ਅਕਬਰ ਬਾਦਸ਼ਾਹ ਆਪਣੇ ਕਮਰੇ 'ਚ ਟੁਰ ਗਿਆ। ਉਹਨੂੰ ਜਦੋਂ ਰੋਟੀ ਟੁੱਕਰ ਖਵਾ ਕੇ ਨਵਾ ਧਵਾ ਕੇ ਕੱਪੜੇ ਛੱਪੜੇ ਇਹ ਚੇਂਜ ਕਰਾ ਕੇ ਤੇ ਬਾਦਸ਼ਾਹ ਦੇ ਕਮਰੇ ਦੇ ਵਿੱਚ ਖੜਿਆ ਨਾ, ਤੇ ਅਕਬਰ ਬਾਦਸ਼ਾਹ ਕਿਆ ਸੁਣਾ ਖੈਰ ਹੈ। ਉਹਨੇ ਫਿਰ ਦੱਸੀ ਆਪਣੀ ਸਾਰੀ ਦਰਦ ਕਹਾਣੀ ਤੇ ਉਸ ਆਖਿਆ ਮਾਮਲਾ ਹੈ ਜੀ। ਉਹਨੇ ਆਖਿਆ ਠੀਕ ਹੈ, ਕੋਈ ਗੱਲ ਨਹੀਂ, ਖੈਰ ਹੈ। ਗੱਲ ਕੀ ਵੀ ਸ਼ਾਮ ਪੈ ਗਈ ਤੇ ਰਾਤ ਪੈ ਗਈ, ਗੱਲਾਂ ਬਾਤਾਂ ਕਰਦੇ ਕੁਰਦੇ ਰਹੇ। ਜਦੋਂ ਟਾਈਮ ਹੋ ਗਿਆ ਨਾ ਰਾਤ ਦਾ ਪਿਛਲਾ, ਤੇ ਅਕਬਰ ਬਾਦਸ਼ਾਹ ਨੇ ਨਾ ਕੱਪੜਾ ਪਾ ਲਿਆ, ਅੱਜ ਨੂੰ ਮਸੱਲਾ ਆਨੇ ਆ। ਉਹਨੇ ਮਸੱਲਾ ਪਾ ਲਿਆ ਪਰਾਂ ਤੇ ਅਕਬਰ ਬਾਦਸ਼ਾਹ ਬਹਿ ਗਿਆ ਮਸੱਲੇ ਦੇ ਉੱਤੇ। ਇਹ ਕੋਲ ਪਰਾਂ ਨਾ ਕਲੀਨ ਤੇ ਕਹਿ ਲੋ, ਸੋਫੇ ਤੇ ਕਹਿ ਲੋ, ਇਹ ਬੈਠਾ ਸੀ ਤੇ ਇਹ ਮੰਜ਼ਰ ਵੇਂਦਾ ਸੀ। ਅਕਬਰ ਬਾਦਸ਼ਾਹ ਜਿਹੜੇ ਵੇਲੇ ਮਸੱਲੇ ਤੇ ਬੈਠਾ ਨਾ ਤੇ ਹੱਥ ਖੜੇ ਕਰਕੇ ਤੇ ਆਖਣ ਲੱਗਾ, ਗੱਲ ਇਹ ਵੇ ਮਾਲਕਾ, ਤੂੰ ਦੂ ਜਾਨਾਂ ਦਾ ਬਾਦਸ਼ਾਹ ਹੈ। ਐ ਤੂੰ ਆਪਣੀ ਜਨਾਬ ਦੇ ਵਿੱਚੋਂ ਮੈਨੂੰ ਨਵਾਜ਼ਿਆ ਤੇ ਥਿੜਿਆਂ ਨੂੰ ਤੂੰ ਹੀ ਦੇਣ ਵਾਲਾ। ਆ ਤੂੰ ਹੀ ਸਾਰਿਆਂ ਦਾ ਵਾਰਿਸ ਹੈ। ਆ ਬੰਦਾ ਕੁਝ ਵੀ ਨਹੀਂ, ਜੇ ਬੰਦਾ ਕਿਸੇ ਨੂੰ ਦਵੇ ਵੀ ਤੇ ਤੇਰੀ ਜਨਾਬ ਦੇ ਵਿੱਚੋਂ ਹੀ ਮਿਲਣਾ, ਤੇ ਤੂੰ ਦੇਣਾ ਤੇ ਤੇਰੀ ਤੌਫੀਕ ਦੇ ਨਾਲ ਹੀ ਅਗਾਂ ਦੇਣਾ ਆਉਂਦਾ, ਤੇ ਤੂੰ ਹੀ ਸਾਰਿਆਂ ਦਾ ਵਾਲੀ ਵਾਰਿਸ ਹੈ। ਆ ਜਿਹੜੇ ਥਿੜੇ ਨੇ ਇਹਨਾਂ ਤੇ ਰਹਿਮ ਕਰ। ਇਹ ਜਿਹੜਾ ਪਿੱਛੇ ਬਹਿ ਕੇ ਸਾਰਾ ਸੁਣਦਾ ਸੀ ਨਾ ਵੀ ਮੌਲਾ ਬਖਸ਼, ਇਹ ਆਖਣ ਲੱਗਾ ਲਓ ਜੀ, ਇਹ ਆਪ ਮੰਗਾ ਤੇ ਇਹਨੇ ਕਿਸੇ ਨੂੰ ਕੀ ਦੇਣਾ। ਉਹਨੇ ਨਾ ਉਹ ਆਪਣੇ ਧਿਆਨ ਲੱਗਾ ਸੀ ਨਾ ਮਸੱਲੇ ਤੇ ਬਹਿ ਕੇ, ਇਹਨੇ ਮੋਢੇ ਤੇ ਸਾਫਾ ਰੱਖਿਆ, ਕੱਪੜਾ ਰੱਖਿਆ ਤੇ ਦਰਬਾਰੋਂ ਬਾਹਰ ਨਿਕਲ ਆਇਆ। ਪੈਂਦਾ ਕੀ ਤੋ ਬੇਬਾ ਸਾਰਾ ਆਪਣੇ ਘਰ ਵਾਪਸ ਆ ਗਿਆ। ਤੇ ਬੀਬੀ ਵੇਖ ਕੇ ਤੇ ਹੈਰਾਨ ਹੋਈ ਤੇ ਆਖਣ ਲੱਗੀ, ਗੱਲ ਸੁਣ, ਤੂੰ ਬਾਦਸ਼ਾਹ ਦੇ ਦਰਬਾਰ ਗਿਆ ਸੀ ਤੇ ਬਾਦਸ਼ਾਹ ਦੇ ਦਰਬਾਰੋਂ ਜਿਹੜੇ ਹਾਲ 'ਚ ਗਿਆ ਸੀ ਤੇ ਉਸੇ ਹਾਲ ਦੇ ਵਿੱਚ ਵਾਪਸ ਪਰਤਾ ਹੈ, ਕੀ ਗੱਲ ਹੈ? ਤੇ ਆਖਣ ਲੱਗਾ, ਛੱਡ ਭੱਗ ਨੇ, ਕਿਹੜਾ ਬਾਦਸ਼ਾਹ ਤੇ ਕਿਹੜੀਆਂ ਬਾਦਸ਼ਾਹੀਆਂ, ਉਹ ਤੇ ਆਪ ਹੀ ਮੰਗਤ ਬੜਾ ਵੱਡਾ। ਆ ਸਾਫਾ ਲਿਆ, ਉਹਨਾਂ ਕੋਈ ਕੱਪੜਾ ਲਿਆ, ਹੈ ਹੀ ਕੋਈ ਘਰ? ਆਖਣ ਲੱਗੀ, ਆਹੋ ਕੱਪੜਾ ਤੇ ਸਾਡੇ ਘਰ ਹੈ। ਤੁਸੀਂ ਆਖਿਆ ਉਰਾਂ ਲਿਆ। ਉਹ ਕੱਪੜਾ ਉਹਨੇ ਇੱਕ ਨੁੱਕਰ ਦੇ ਵਿੱਚ ਪਾ ਲਿਆ ਘਰ। ਜਿਵੇਂ ਅਕਬਰ ਬਾਦਸ਼ਾਹ ਦੁਆ ਪਿਆ ਕਰਦਾ ਸੀ, ਦਿਹਾੜੇ ਪਿਆ ਕਰਦਾ ਸੀ, ਇਲਤਜਾਮਾਂ ਪਿਆ ਕਰਦਾ ਸੀ ਮਾਲਕ ਪਰਵਰਦਿਗਾਰ ਅੱਗੇ, ਉਹ ਬੂੰਝੇ ਹੀ ਬਹਿ ਕੇ ਨਾ ਤੇ ਆਪਣੇ ਪਾਕ ਪਰਵਰਦਿਗਾਰ ਅੱਗੇ ਰੋਣ ਕਰਲਾਉਣ ਲੱਗ ਪਿਆ ਤੇ ਆਖਣ ਲੱਗਾ, ਗੱਲ ਇਹ ਵੇ ਮਾਲਕਾ, ਆ ਤੂੰ ਹੀ ਹੈ ਨਾ, ਉਹਦਾ ਵੀ ਤੂੰ ਹੀ ਹੈ ਤੇ ਸਾਡਾ ਵੀ ਤੂੰ ਹੀ ਹੈ, ਤੇ ਜੇ ਬਾਦਸ਼ਾਹ ਤੇਰੇ ਕੋਲੋਂ ਮੰਗਦੇ ਨੇ ਤੇ ਰੱਬ ਤੇ ਤੂੰ ਹੀ, ਉਹਨਾਂ ਦਾ ਵੀ ਤੇ ਸਾਡਾ ਵੀ ਤੇ ਹੈ, ਮਿਹਰਬਾਨੀ ਕਰ ਛੱਡ। ਚਲੋ ਫਿਰ ਉਹ ਟਾਈਮ ਤੇ ਨਹੀਂ ਲੈਂਦਾ। ਅਸੀਂ ਕਿਸੇ ਦਰਖਾਸਤ, ਮੇਰਾ ਮਤਲਬ ਦਫ਼ਤਰ ਦੇ ਵਿੱਚ ਦਈਏ ਤੇ ਪੈਂਡਿੰਗ ਪੈ ਜਾਂਦੀ, ਉੱਥੇ ਪੈਂਡਿੰਗ ਨਹੀਂ ਪੈਂਦੀ, ਉੱਥੇ ਸੁਣੀ ਉਸੇ ਵੇਲੇ ਜਾਂਦੀ ਏ। ਹਾਂ, ਹਿਕਮਾਂ ਤੇ ਉਹਦੀਆਂ, ਮੇਰਾ ਮਤਲਬ ਕੰਮਾਂ ਦੇ ਵਿੱਚ ਉਹਦੀਆਂ ਹਿਕਮਤਾਂ ਨੇ, ਕਿਤੇ ਫੌਰੀ ਅਤਾ ਕਰ ਛੱਡਦਾ, ਕਿਤੇ ਕੁਝ ਠਹਿਰ ਕੇ ਅਤਾ ਕਰਦਾ। ਇਹਦੇ ਵਿੱਚ ਵੀ ਹਿਕਮਤ ਹੁੰਦੀ, ਸੁਣ ਲੈਂਦਾ। ਚਲੋ ਮਾਲਕ ਦੀ ਜ਼ਾਤ ਨੇ ਸੁਣ ਲਈ। ਅਗਲੇ ਦਿਹਾੜੇ ਵੱਡੇ ਵੇਲੇ ਨਹੀਂ,
ਦਿਹਾੜੇ ਕੋ 5-7 ਲੰਘੇ ਨਾ, ਕੋਈ ਹਫਤਾ ਲੰਘਿਆ, ਤੇ ਉਹ ਹੀ ਜਿਹੜੇ ਪੁਰਾਣੇ ਬੇਲੀ ਸਨ ਜਾਂ ਅੰਗ ਸਾਕ ਜਾਂ ਯਾਰ ਦੋਸਤ ਜਾਂ ਜਿਹੜੇ ਮੇਰਾ ਮਤਲਬ ਜਾਣਦੇ ਸਨ ਉਹਨੂੰ, ਉਹ ਹਾਲ ਚਾਲ ਪੁੱਛਣ ਆ ਗਏ। ਉਹਨੇ ਆਖਿਆ ਵੀ ਮੌਲਾ ਬਖਸ਼ ਕੀ ਗੱਲ ਹੈ, ਕਿੰਨੀ ਦੇਰ ਹੋਈ ਯਾਰ, ਨਜ਼ਰ ਨਹੀਂ ਆਇਆ। ਅਸਾਂ ਆਖਿਆ ਵੀ ਮੌਲਾ ਬਖਸ਼ ਕਿਤੇ ਲੱਭਾ ਨਹੀਂ। ਤੇ ਉਹ ਹਾਲ ਚਾਲ ਤੇ ਸਾਰੇ ਜਾਣਦੇ ਹੀ ਸਨ ਨਾ ਪਹਿਲਾਂ। ਤੇ ਉਹ ਕਿਸੇ ਨੇ ਮੇਰਾ ਮਤਲਬ ਵੱਛੀ ਲਿਆ ਬੰਨੀ, ਕਿਸੇ ਨੇ ਗਾਂ ਲਿਆ ਬੰਨੀ, ਕਿਸੇ ਨੇ ਮੱਝ ਲਿਆ ਬੰਨੀ, ਕਿਸੇ ਨੇ ਕੋ ਮੇਰਾ ਮਤਲਬ ਮਾਣੀ ਆ ਬੋਰੀ ਛੱਡ ਜਿਹੜੀ ਉਹ ਦਾਣਿਆਂ ਦੀ ਲਿਆ ਸੁੱਟੀ, ਕਿਸੇ ਚੌਲ ਲਿਆ ਸੁੱਟੇ, ਕਿਸੇ ਬਾਜਰਾ ਲਿਆ ਸੁੱਟਿਆ, ਕਿਸੇ ਆਖਿਆ ਯਾਰ ਮੇਰੇ ਕੋਲ ਯਾਰ ਥੋੜਾ ਜਿਹਾ ਹੀ ਹੈ ਤੇ ਚੱਲ। ਇਹਨੇ ਨਹੀਂ ਆਖਿਆ। ਨੁਕਤਾ ਇਹ ਵੇ ਕਿ ਮੌਲਾ ਬਖਸ਼ ਨੇ ਬੰਦਿਆਂ ਕੋਲੋਂ ਨਹੀਂ ਮੰਗਿਆ। ਚਲੋ ਅੱਜ ਹੋਰ ਭਲਕੇ ਹੋਰ, ਹਫਤੇ ਨੂੰ ਹੋਰ, ਮਹੀਨੇ ਨੂੰ ਹੋਰ, ਦਿਨ ਫਿਰਦੇ 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 ਉਹ ਜਿਹੜਾ ਜੋ ਸੀ ਨਾ ਫੇਰ ਬਣ ਪਿਆ। ਤੇ ਮੌਲਾ ਬਖਸ਼ ਆਪਣੀ ਬੀਬੀ ਨੂੰ ਆਖਣ ਲੱਗਾ, ਵਾਵਾ ਵਰੇ ਗੁਜ਼ਰ ਗਏ ਨਾ, ਤੇ ਆਖਣ ਲੱਗਾ ਵੇਖ ਲੈ ਉਹ ਮੈਂ ਉਹਦੇ ਕੋਲੋਂ ਗਿਆ ਸਾਂ, ਬੜਾ ਬਾਦਸ਼ਾਹ ਬਣਿਆ ਫਿਰਦਾ ਸੀ, ਉਹਨੇ ਮੈਨੂੰ ਕੀ ਦਿੱਤਾ? ਤੇ ਆ ਵੇਖ ਲੈ ਸਾਰਾ ਕੁਝ ਹੋ ਨੀ ਗਿਆ, ਪਰਤ ਨਹੀਂ ਪਿਆ ਸਾਰਾ ਕੁਝ। ਤੇ ਬੀਬੀ ਆਖਣ ਲੱਗੇ ਗੱਲ ਸੁਣ ਮੌਲਿਆ, ਇੱਥੇ ਮੈਂ ਤੈਨੂੰ ਡੱਕਾਂ ਦੀ, ਮੇਰੀ ਗੱਲ ਸੁਣ ਲੈ। ਤੂੰ ਆਨੇ ਨਾ ਪਿਆ ਕਿ ਮੈਨੂੰ ਉਹਨੇ ਕੀ ਦਿੱਤਾ? ਕਰਮ ਵਾਲਿਆ ਤੈਨੂੰ ਉਹਨੇ ਰਾਹ ਵਿਖਾਇਆ, ਤੈਨੂੰ ਉਹਨੇ ਮੰਗਣ ਦਾ ਢੰਗ ਦਿੱਤਾ, ਤੈਨੂੰ ਉਹਨੇ ਦੱਸਿਆ, ਰਾਹ ਵਿਖਾਇਆ। ਜੇ ਦਿੰਦਾ ਕੁਝ ਉਹ ਆਪਣੇ ਕੋਲੋਂ, ਉਹ ਜਾਣਾ ਸੀ ਮੁੱਕ। ਜਿਹੜਾ ਗੁਣ ਤੈਨੂੰ ਹੁਣ ਉਹਨੇ ਦਿੱਤਾ ਹੈ ਨਾ, ਇਹ ਸਾਰੀ ਜ਼ਿੰਦਗੀ ਦਾ ਤੇ ਅਗਲੀਆਂ ਨਸਲਾਂ ਦਾ ਗੁਣ ਹੀ ਤੈਨੂੰ ਉਹਨੇ ਬੜਾ ਵੱਡਾ ਗੁਣ ਦੇ ਛੜਿਆ। ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਹੜਾ ਬੰਦਾ ਕਿਸੇ ਉਖੜੇ ਨੂੰ ਰਾਹ ਪਾਏ। ਅੱਛਾ, ਗੱਲ ਦਾ ਖੁਲਾਸਾ ਕੀ ਨਿਕਲਿਆ? ਗੱਲ ਤੇ ਇਥੋਂ ਤੱਕ ਹੋ ਗਈ ਨਾ, ਬੀਬੀ ਜੀ ਤੂੰ ਗੱਲ ਕੀਤੀ, ਗੱਲ ਤੇ ਹੋ ਗਈ ਨਾ। ਗੱਲ ਦਾ ਖੁਲਾਸਾ ਬੜੇ ਧਿਆਨ ਦੇ ਨਾਲ ਸੁਣਿਓ। ਬੰਦੇ ਕੋਲੋਂ ਮੰਗੀਏ ਖੁਲਾਸਾ, ਬੰਦੇ ਕੋਲੋਂ ਮੰਗੀਏ, ਅੱਜ ਮੰਗੀਏ, 10 ਦਿਨਾਂ ਨੂੰ ਫੇਰ ਮੰਗੀਏ, 15 ਨੂੰ ਫੇਰ ਮੰਗੀਏ, ਮਹੀਨੇ ਨੂੰ ਫੇਰ ਮੰਗੀਏ, ਬੰਦਾ ਰੁੱਸ ਪੈਂਦਾ। ਉਹ ਯਾਰ ਇਹਨੇ ਤੇ ਮੇਰਾ ਮਤਲਬ ਅੱਡਾ ਹੀ ਰੱਖ ਲਿਆ, ਓਏ ਇਹਨੇ ਤੇ ਮੇਰਾ ਮਤਲਬ ਇਰਾਦਾ ਹੀ ਕਰ ਲਿਆ ਹੈਂ, ਇਹਨੇ ਤੇ ਮੇਰਾ ਮਤਲਬ ਰੂਟੀਨ ਹੀ ਬਣਾ ਲਈ, ਆਦੀ ਹੋ ਗਿਆ ਮੰਗਣ ਦਾ। ਬੰਦਿਆਂ ਕੋਲੋਂ ਮੰਗੀਏ ਤੇ ਬੰਦੇ ਗੁੱਸੇ ਹੋ ਜਾਂਦੇ ਨੇ, ਉਹਦੇ ਕੋਲੋਂ ਨਾ ਮੰਗੀਏ ਤੇ ਉਹ ਗੁੱਸੇ ਹੋ ਜਾਂਦਾ। ਤੇ ਗੱਲ ਦਾ ਖੁਲਾਸਾ ਫਿਰ ਇਹ ਵੇ, ਗੱਲ ਮੁਕਾ ਛੜਨ ਲੱਗਾ ਕਿ ਜਿਹੜਾ ਰਾਹ ਵਹਾਏ ਉਹਦਾ ਸਾਰੀ ਜ਼ਿੰਦਗੀ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ। ਔਰ ਇੱਕ ਹੋਰ ਗੱਲ ਮੈਂ ਦੱਸਣਾ, ਇਹ ਹੁਣ ਜਿੱਥੇ ਮੈਂ ਬੈਠਾ, ਮੇਰੇ ਸੱਜੇ ਹੱਥ ਇੱਧਰ ਇਹ ਹੈਡ ਮਰਾਲਾ, ਬੜਾ ਟਾਈਮ ਲੱਗੇ ਨਾ ਸਕੂਟਰ ਤੇ ਕੋਈ 20 ਮਿੰਟ ਲੱਗਦੇ ਨੇ ਜਾਂ ਅੱਧਾ ਘੰਟਾ ਲੱਗ ਜਾਏਗਾ, ਇੱਥੋਂ ਹੈਡ ਮਰਾਲੇ ਜਾਂਦੇ ਆ। ਜੇ ਕੋਈ ਬੰਦਾ ਮੈਨੂੰ ਪੁੱਛੇ ਕਿ ਭਾਈ ਜੀ ਮੈਂ ਜਾਣਾ ਹੈਡ ਮਰਾਲੇ, ਤੇ ਮੈਂ ਅਨਨੋਨ ਪਰਸਨ ਨੂੰ, ਜਿਹਨੂੰ ਨਹੀਂ ਪਤਾ, ਨਾ ਵਾਕਿਫ ਬੰਦੇ ਨੂੰ, ਮੈਂ ਆਖਾਂ ਭਾਈ ਜੀ ਇੱਧਰ ਨੂੰ ਪੈ ਜਾਓ, ਇਹ ਅੱਧਾ ਘੰਟਾ ਸਕੂਟਰ ਚਲਾਓ ਨਾ ਤੇ ਅੱਗੇ ਹੈਡ ਮਰਾਲਾ ਆਈਏ ਦਾ, ਇੱਧਰ ਨੂੰ ਆ ਜਾ, ਤੇ ਇੱਧਰ ਸੰਭੜੇ ਹਾਲ ਉਹ ਚਲੋ ਅੱਧਾ ਘੰਟਾ ਸਕੂਟਰ ਚਲਾਏ ਤੇ ਉਹ ਅੱਪੜ ਜੇ ਸੰਭੜੇ ਹਾਲ, ਉੱਥੇ ਜਾ ਕੇ ਕਿਸੇ ਨੂੰ ਪੁੱਛੇ ਵੀ ਭਾਈ ਜੀ ਹੈਡ ਮਰਾਲੇ ਆ ਗਿਆ, ਉਹਨਾਂ ਅੱਗੋਂ ਆਖਣਾ ਕਰਮਾ ਲਿਆ ਹੈਡ ਮਰਾਲਾ ਇੱਧਰ ਤੇ ਨਹੀਂ। ਉਹ ਜਿਹੜਾ ਬੰਦਾ ਜਿਹਨੂੰ ਮੈਂ ਰਾਹ ਪਾਇਆ ਹੈਡ ਮਰਾਲਾ ਇੱਧਰ ਦਾ ਜਾ ਸਕੇ, ਉਹ ਬੰਦਾ ਮੈਨੂੰ ਕਿਹੜੇ ਲਫ਼ਜ਼ਾਂ ਨਾਲ ਯਾਦ ਕਰੇਗਾ? ਤੇ ਜਿਹੜੇ ਅਗਲੇ ਨੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਤਾਂ ਕੀ ਮੈਨੂੰ ਦੁਆ ਦੇਣਗੇ ਕਿ ਬੜਾ ਚੰਗਾ ਕੀਤਾ ਸੀ, ਇੱਕ ਅਣਜਾਣ ਬੰਦੇ ਨੂੰ ਜ਼ਲੀਲ ਕੀਤਾ ਸੂ, ਦੁਆਵਾਂ ਦੇਣਗੇ? ਨਹੀਂ, ਭੈੜਿਆਂ ਲਫ਼ਜ਼ਾਂ ਨਾਲ ਯਾਦ ਕਰਨ ਦੇ, ਨਾਲ ਮੈਨੂੰ ਗਾਲਾਂ ਕੱਢਣ ਦੇ, ਨਾਲ ਮੇਰੀ ਨਸਲ ਪੁਣਨ ਦੇ। ਭਾਈਆ, ਜੇ ਤੁਹਾਡੇ ਕੋਲ ਕੁਝ ਹੈ, ਕਿਸੇ ਉਖੜੇ ਨੂੰ ਰਾਹ ਪਾ ਸਕਦੇ ਹੋ, ਚੰਗਾ ਰਾਹ ਵਹਾ ਸਕਦੇ ਹੋ, ਉਹਨੂੰ ਫਿਰ ਉਸ ਰਾਹ ਤੇ ਪਾਓ, ਉਹਨੂੰ ਗਲਤ ਰਾਹ ਕਦੇ ਨਾ ਪਾਓ। ਜਿਵੇਂ ਮਸ਼ਵਰਾ ਇੱਕ ਅਮਾਨਤ ਹੈ, ਜਿਹੜੀ ਸਲਾਹ ਹੁੰਦੀ ਹੈ, ਮਸ਼ਵਰਾ ਹੁੰਦਾ, ਇਹ ਅਮਾਨਤ ਹੁੰਦੀ। ਇਸੇ ਤਰ੍ਹਾਂ ਕਿਸੇ ਨੂੰ ਪੁੱਠੇ ਰਾਹ ਪਾ ਕੇ ਤੇ ਉਹਦਾ ਇੱਕ ਪੈਂਡਾ ਖਰਾਬ ਨਹੀਂ ਕਰੀਦਾ, ਟਾਈਮ ਜ਼ਾਇਆ ਨਹੀਂ ਕਰੀਦਾ, ਉਹਦਾ ਮਾਲ ਜ਼ਾਇਆ ਨਹੀਂ ਕਰੀਦਾ। ਜੇ ਕਿਸੇ ਨੂੰ ਵੀ ਤੁਸੀਂ ਸਿੱਧੇ ਰਾਹ ਪਾਓ ਤੇ ਹੋ ਸਕਦਾ ਤੁਸੀਂ ਉਹਦਾ ਇੱਥੇ ਦਾ ਪੈਂਡਾ ਸਿੱਧਾ ਪੇ ਕਰ ਦਿਓ, ਤੁਹਾਡਾ ਅੱਗੇ ਦਾ ਪੈਂਡਾ ਵੀ ਸਿੱਧਾ ਹੋਈਏ ਤੇ ਇੱਥੇ ਦਾ ਵੀ ਹੋਈਏ। ਜੇ ਗੱਲ ਚੰਗੀ ਲੱਗੀ ਹੋਵੇ
ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ ਜੇ। ਮੇਰਾ YouTube ਚੈਨਲ ਦਾ ਨਾਮ ਅਵੈਸ ਘੁੰਮਣ ਸਿਆਲਕੋਟੀ, ਫੇਸਬੁੱਕ ਪੇਜ ਵੀ ਅਵੈਸ ਘੁੰਮਣ ਸਿਆਲਕੋਟੀ, ਅਵੈਸ ਅਹਿਮਦ ਘੁੰਮਣ ਦੇ ਨਾਂ ਦਾ। ਜੇ ਅੱਛਾ ਲੱਗੇ ਤੇ ਫਾਲੋ ਕਰ ਲਓ। ਮਜ਼ੀਦ ਤੁਹਾਨੂੰ ਇਨਸ਼ਾਅੱਲਾ ਨਵੇਂ ਤੋਂ ਨਵੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣਗੀਆਂ। ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁல்லாਹਿ ਵ ਬਰਕਾਤੁਹੂ।